ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1984 ਦਾ ਸਿੱਖ ਕਤਲੇਆਮ, ਜਿਸ ਨੇ ਕਿ ਉਸ ਵੇਲੇ ਸਿੱਖਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਕਿਸੇ ਵੀ ਦੇਸ਼ ਦੇ ਵਿੱਚ ਜੇ ਅਸੀਂ ਰਹਿੰਦੇ ਹਾਂ ਤਾਂ ਉਸ ਦੇਸ਼ ਨੂੰ ਅਸੀਂ ਲੋਕਤੰਤਰ ਦੇਸ਼ ਕਹਿੰਦੇ ਹਾਂ, ਪਰ ਫਿਰ ਵੀ ਅਸੀਂ ਕਈ ਵਾਰ ਕੁਝ ਖਾਸ ਪ੍ਰਸਥਿਤੀਆਂ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਾਂ ਜਦੋਂ ਸਾਡਾ ਕਤਲ ਕਰ ਦਿੱਤਾ ਜਾਂਦਾ ਹੈ ਪਛਾਣ ਕਰ ਕਰਕੇ। ਦਿੱਲੀ ਵਿੱਚ ਕਤਲੇਆਮ ਹੋਇਆ, ਹੋਰ ਵੀ ਭਾਰਤ ਵਿੱਚ ਜਗ੍ਹਾ ਜਗ੍ਹਾ ਤੇ ਜਿਹੜਾ ਹੈ ਸਿੱਖਾਂ ਨੂੰ ਚੁਣ ਚੁਣ ਕੇ ਲੱਭ ਕੇ ਉਹਨਾਂ ਦੀ ਤਸਦੀਕ ਕਰ ਕਰਕੇ ਉਹਨਾਂ ਨੂੰ ਮਾਰਿਆ ਗਿਆ। ਜੇ ਹੁਣ ਅਸੀਂ ਕਾਨਪੁਰ ਸਿੱਖ ਦੰਗਿਆਂ ਦੀ ਗੱਲ ਕਰ ਲਈਏ, ਦੰਗੇ ਕਹਿ ਦਿੱਤੇ ਜਾਂਦੇ ਪਰ ਅਸੀਂ ਕਤਲੇਆਮ ਸ਼ਬਦ ਯੂਜ਼ ਕਰਦੇ ਹਾਂ ਕਿਉਂਕਿ ਦੰਗਿਆਂ ਦੇ ਵਿੱਚ ਦੋਵਾਂ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ, ਪਰ ਇਸ ਵਿੱਚ ਇਕੱਲੇ ਸਿੱਖਾਂ ਦਾ ਨੁਕਸਾਨ ਹੋਇਆ। ਤਾਂ ਕਾਨਪੁਰ ਵਿੱਚ ਵੀ ਕਾਫੀ ਪਰਿਵਾਰ ਜਿਹੜੇ ਨੇ ਉਹ ਪ੍ਰਭਾਵਿਤ ਹੋਏ, ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਉਹ ਦਿੱਲੀ ਦੇ ਦੰਗੇ ਹੋਣ, ਭਾਵੇਂ ਉਹ ਦਿੱਲੀ ਕਤਲੇਆਮ ਹੋਵੇ, ਭਾਵੇਂ ਉਹ ਕਾਨਪੁਰ ਦਾ ਕਤਲੇਆਮ ਹੋਵੇ ਜਾਂ ਭਾਵੇਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਪ੍ਰਾਂਤ ਦਾ ਕਤਲੇਆਮ ਹੋਵੇ, ਉਸ ਵਿੱਚ ਇਨਸਾਫ ਅਜੇ ਤੱਕ ਨਹੀਂ ਮਿਲਿਆ। ਸਿੱਟ ਦਾ ਗਠਨ ਕਰ ਦਿੱਤਾ ਗਿਆ, ਵੱਖ-ਵੱਖ ਸਮੇਂ ਤੇ SIT ਦਾ ਗਠਨ ਕੀਤਾ ਗਿਆ। ਸਰਦਾਰ ਕੁਲਦੀਪ ਸਿੰਘ ਭੋਗਲ ਜਿਹੜੇ ਕਿ ਅਖਿਲ ਭਾਰਤੀ ਦੰਦਾ ਪੀੜਤ ਰਾਹਤ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਤੇ ਸੀਨੀਅਰ ਅਕਾਲੀ ਆਗੂ ਵੀ ਨੇ, ਉਹ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ। ਤੇ ਅੱਜ ਅਸੀਂ ਇਸੇ ਤੇ ਗੱਲ ਕਰਾਂਗੇ ਕਿ ਆਖਰ ਜਿਹੜਾ ਨਿਆਂ ਵਾ ਉਹ ਇੰਨੀ ਦੇਰ ਕਿਉਂ ਹੋ ਰਹੀ ਹੈ, ਉਹ ਮਿਲ ਕਿਉਂ ਨਹੀਂ ਰਿਹਾ। ਤੇ ਨਾਲ ਸਾਡੇ ਜੁੜੇ ਹੋਏ ਨੇ ਵਕੀਲ ਜਿਹੜੇ ਨੇ ਪ੍ਰਸੂਨ ਕੁਮਾਰ ਜੀ। ਸਭ ਤੋਂ ਪਹਿਲਾਂ ਇਹਨਾਂ ਦੋਨਾਂ ਸ਼ਖਸੀਅਤਾਂ ਦਾ ਸਵਾਗਤ ਕਰ ਲੈਣੇ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਆਪ ਜੀ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਕੁਲਦੀਪ ਸਿੰਘ ਭੋਗਲ ਜੀ, ਜੇ ਤੁਹਾਡੇ ਤੋਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਜੇ ਅਸੀਂ, ਵੈਸੇ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਕਿ ਜਦੋਂ ਵੀ ਕੋਈ ਸਿੱਖਾਂ ਦੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਯਤਨ ਹੁੰਦਾ ਹੈ ਕਿ ਅਸੀਂ ਗੱਲ ਨੂੰ ਜਿਹੜਾ ਹੈ ਅੱਗੇ ਰੱਖੀਏ, ਆਮ ਲੋਕਾਂ ਦੇ ਵਿੱਚ ਗੱਲ ਨੂੰ ਲੈ ਕੇ ਆਈਏ। ਤੇ ਹੁਣ ਜੇ ਤੁਸੀਂ ਕਾਨਪੁਰ ਦੇ ਮਸਲੇ ਦੀ ਗੱਲ ਕਰਦੇ ਹਾਂ, ਅਸੀਂ ਸਿੱਟ ਬਣ ਜਾਂਦੀ ਹੈ, 6 ਮਹੀਨੇ ਦੇ ਅੰਦਰ ਅੰਦਰ ਸਿੱਟ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਇੰਨੇ ਸਾਲਾਂ ਬਾਅਦ ਸਿੱਟ ਬਣੀ ਪਰ ਫਿਰ ਵੀ ਅਜੇ ਤੱਕ ਕੋਈ ਰਿਪੋਰਟ ਨਹੀਂ ਦਿੱਤੀ ਗਈ। ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਤੁਸੀਂ ਇਸ ਦੇ ਪਿੱਛੇ ਕਿਹੜੇ ਕਾਰਨਾਂ ਨੂੰ ਜਿਹੜਾ ਹੈ ਜ਼ਿੰਮੇਵਾਰ ਮੰਨਦੇ ਹੋ? ਮੈਂ ਸਭ ਤੋਂ ਪਹਿਲੇ ਚੜ੍ਹਦੀ ਕਲਾ ਪਰਿਵਾਰ ਦੇ ਦਰਦੀ ਸਾਹਿਬ ਦਾ ਧੰਨਵਾਦ ਕਰਦਾ ਤੇ ਅੰਮ੍ਰਿਤਪਾਲ ਸਿੰਘ ਦਾ, ਜਿਹੜੇ ਹਰ ਸਾਲ ਨਵੰਬਰ 1984 ਦੇ ਨਰਸੰਹਾਰ ਨੂੰ ਦੇਸ਼ ਦੇ ਸਾਹਮਣੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਲੈ ਕੇ ਆਉਂਦੇ ਹਨ। ਮੈਂ ਗੱਲ ਕਰਾਂਗਾ ਨਵੰਬਰ 1984 ਦੇ ਨਰਸੰਹਾਰ ਦੀ, ਕਿਉਂਕਿ 35 ਸਾਲ ਹੋ ਗਏ ਹਨ ਤੇ 36ਵਾਂ ਸਾਲ ਇਹ 11 ਦਿਨ ਬਾਅਦ ਲੱਗ ਜਾਏਗਾ। ਜਦ ਅਕਤੂਬਰ ਦਾ ਮਹੀਨਾ ਆਉਂਦਾ ਹੈ ਤੇ ਸਾਨੂੰ ਉਹ ਯਾਦ ਆਣੀ ਸ਼ੁਰੂ ਹੋ ਜਾਂਦੀ ਹੈ ਕਿ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ ਤੇ ਸਾਡਾ 4 ਦਿਨ ਜੋ ਹਾਲ ਹੋਇਆ ਸੀ, ਸਾਡੇ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ ਸੀ, ਗੁਰੂ ਘਰ ਨੂੰ ਅਗਨ ਭੇਟ ਕੀਤਾ ਗਿਆ ਸੀ, ਰੇਪ ਕੀਤੇ ਗਏ ਸੀ ਸਾਡੀ ਭੈਣਾਂ ਨਾਲ, ਮਾਤਾਵਾਂ ਨਾਲ। ਉਹ ਜਦ ਮੰਜ਼ਰ ਯਾਦ ਆਉਂਦਾ ਹੈ ਤੇ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। ਇਹ ਜੋ ਮੈਂ ਅੱਜ ਇੱਥੇ ਬੈਠਾ ਹਾਂ ਤੁਹਾਡੇ ਸਾਹਮਣੇ, ਜੋ ਨਵੰਬਰ 1984 ਦੇ ਵਿੱਚ ਨਰਸੰਹਾਰ ਹੋਇਆ, ਉਹਦੇ ਵਾਸਤੇ ਅਸੀਂ ਇੱਕ ਰਿਟ ਪਟੀਸ਼ਨ ਜਨਹਿਤ ਯਾਚਕਾ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ। ਅਸੀਂ ਸੁਪਰੀਮ ਕੋਰਟ ਨੂੰ 2-3 ਗੱਲਾਂ ਕਹੀਆਂ ਸੀ ਕਿ ਜਾਂ ਤੇ CBI ਇਨਕੁਆਇਰੀ ਕਰਵਾ ਦਿਓ ਜਾਂ SIT ਦਾ ਗਠਨ ਕਰਵਾ ਦਿਓ। ਆਪ ਜੀ ਨੂੰ ਪਤਾ ਹੀ ਹੈ, ਪੂਰੀ ਸੰਗਤ ਨੂੰ ਪਤਾ ਹੈ ਕਿ ਦਿੱਲੀ ਤੋਂ ਬਾਅਦ ਕਾਨਪੁਰ ਦੇ ਵਿੱਚ ਨਰਸੰਹਾਰ ਸਭ ਤੋਂ ਜ਼ਿਆਦਾ ਹੋਇਆ ਸੀ। ਦਿੱਲੀ ਦੇ ਵਿੱਚ ਜੋ ਦੋਸ਼ੀ ਸੀ ਸੱਜਣ ਕੁਮਾਰ, ਜਗਦੀਸ਼ ਟੈਟਲਰ, HL ਭਗਤ, ਧਰਮਦਾਸ ਸ਼ਾਸਤਰੀ, ਜੀ ਕਈ ਹੋਰ ਲੋਕ ਸੀ ਜਿਨ੍ਹਾਂ ਦੇ ਨਾਂ ਇਹਦੇ ਵਿੱਚ ਆਏ ਸੀ। ਮਗਰ ਕਾਨਪੁਰ ਦੇ ਵਿੱਚ ਦੋਸ਼ੀਆਂ ਦਾ ਪਤਾ ਨਹੀਂ ਚੱਲ ਰਿਹਾ ਸੀ। 127 ਬੰਦਾ ਮਰ ਗਿਆ ਸੀ ਮਗਰ ਦੋਸ਼ੀਆਂ ਦਾ ਪਤਾ ਨਹੀਂ ਚੱਲ ਰਿਹਾ ਸੀ। ਲਗਾਤਾਰ 3 ਸਾਲ ਮਿਹਨਤ ਕੀਤੀ, ਸਾਰਾ ਰਿਕਾਰਡ ਇਕੱਠਾ ਕੀਤਾ ਹੈ। ਵਕੀਲ ਸਾਹਿਬ ਪ੍ਰਸੂਨ ਕੁਮਾਰ ਜੀ ਬੈਠੇ ਹਨ, ਇਹਨਾਂ ਦੇ ਨਾਲ ਜਾ ਕੇ ਮੈਂ ਹਰ ਇੱਕ ਥਾਣੇ ਵਿੱਚ ਗਿਆ। ਉਹਨਾਂ ਨੇ ਕਿਹਾ ਜੀ दीमक खा गई है कागजों को, FIR हमारे पास है नहीं, हमें ये नहीं पता कितने दोषी हैं। ਅਸੀਂ ਫਿਰ RTI ਦੇ ਵਿੱਚ ਗਏ, ਸਾਨੂੰ 6 ਮਹੀਨੇ RTI ਦੇ ਵਿੱਚ ਲੱਗ ਗਏ। ਉਹਦੇ ਵਿੱਚ 34 ਨਾਂ ਉਹਨਾਂ ਦੋਸ਼ੀਆਂ ਦੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਉਸ ਟਾਈਮ ਕੁਸ਼ਵਾਹਾ ਜਿਹੜਾ ਸੀ ਉਹ ਕਾਂਗਰਸ ਦਾ ਮੰਤਰੀ ਸੀ ਤੇ ਨਾਲ ਉਹਦੇ ਭਤੀਜਾ ਸੀ ਜਿਹੜਾ ਕੁਸ਼ਵਾਹਾ, ਤੇ ਉਹਦੇ ਸਾਰੇ ਸਾਥੀਆਂ ਨੇ ਲਗਾਤਾਰ ਉੱਥੇ ਮੌਤ ਦਾ ਤਾਂਡਵ ਕੀਤਾ, ਗੁਰਦੁਆਰੇ ਜਲਾਏ, ਇੱਕ ਘਰ ਦੇ 16 ਬੰਦਿਆਂ ਨੂੰ ਮਾਰਿਆ ਗਿਆ। लगातार उठे खून का बदला खून से लेंगे,
ਇਹ ਗੱਲਾਂ ਜਿਨ ਦਿੱਲੀ 'ਚ ਹੁੰਦੀਆਂ ਸੀ ਉੱਥੇ ਕਾਨਪੁਰ ਵਿੱਚ ਹੋਈਆਂ, ਬੁਖਾਰੋ 'ਚ ਹੋਈਆਂ, ਚਾਸ ਵਿੱਚ ਹੋਈਆਂ, ਹਰਿਆਣਾ ਵਿੱਚ ਹੋਈਆਂ, ਮੱਧ ਪ੍ਰਦੇਸ਼ ਵਿੱਚ ਹੋਈਆਂ। ਇਹ ਸਾਰੀ ਜਗ੍ਹਾ ਦਾ ਅਸੀਂ ਆਕਲਨ ਕੀਤਾ ਸੀ। ਹੁਣ ਜਦ SIT ਦੀ ਗੱਲ ਆਈ ਕਾਨਪੁਰ ਵਾਸਤੇ, ਕਿਉਂਕਿ ਦਿੱਲੀ ਦੇ ਵਿੱਚ ਰਾਜਨਾਥ ਸਿੰਘ ਜੀ ਨੇ ਜਦ BJP ਬਾਹਰ ਆਈ, ਰਾਜਨਾਥ ਸਿੰਘ ਜੀ ਨੇ ਦਿੱਲੀ ਵਿੱਚ SIT ਦਾ ਗਠਨ ਕੀਤਾ। ਨਾਲ ਹੀ ਪੀੜਤਾਂ ਨੂੰ ਜਾ ਕੇ ਤਿਲਕ ਵਿਹਾਰ 5-5 ਲੱਖ ਰੁਪਇਆ ਦਿੱਤਾ। ਇਹ 5-5 ਲੱਖ ਦੂਸਰੇ ਲੋਕਾਂ ਨੂੰ ਵੀ ਮਿਲਿਆ ਜਿਹੜੇ ਕਾਨਪੁਰ, ਬੁਖਾਰੋ ਚ ਜਿਨ੍ਹਾਂ ਦੇ ਪਰਿਵਾਰ ਦੇ ਲੋਕ ਮਾਰੇ ਗਏ ਸੀ। ਅਸੀਂ ਫਿਰ ਮਿਲੇ, ਅਸੀਂ ਜਾ ਕੇ ਰਾਜਨਾਥ ਸਿੰਘ ਜੀ ਨੂੰ, ਮੋਦੀ ਜੀ ਦੀ ਸਰਕਾਰ ਸੀ ਜੋ ਪਹਿਲੀ ਸਰਕਾਰ। ਅਸੀਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਦਿੱਲੀ ਵਿੱਚ ਕੀਤੀ ਹੈਗੀ ਏ SIT ਤੇ ਕਾਨਪੁਰ ਦੇ ਵਿੱਚ ਵੀ ਕਰੋ। ਉਹਨਾਂ ਨੇ ਫਿਰ ਅਸੀਂ SIT ਜਿਹੜੀ ਪਾਈ ਇੱਥੇ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਯਾਚਕਾ, ਉਹਦੇ ਵਿੱਚ ਸੁਣਾਈ ਸ਼ੁਰੂ ਹੋ ਗਈ। ਉਹਨਾਂ ਨੇ ਸਾਨੂੰ SIT ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਉੱਤੇ ਸੰਗਿਆਨ ਲਿੱਤਾ ਜਾਏ ਔਰ ਇਹਦੇ ਤੇ SIT ਦਾ ਗਠਨ ਕੀਤਾ ਜਾਏ। ਮਗਰ ਅਫਸੋਸ ਦੀ ਗੱਲ ਕਿ ਕਾਫੀ ਦਿਨ ਹੋ ਗਏ ਸੀ, 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸੀ, SIT ਨਹੀਂ ਉੱਥੇ ਹੋਈ ਸੀ ਕਾਨਪੁਰ ਦੇ ਵਿੱਚ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ। ਜਦ ਉਹਨਾਂ ਦੇ ਮੈਂ ਘਰ ਗਿਆ, ਜਿਸ ਟਾਈਮ ਇਹ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾਂ ਦਾ ਪ੍ਰਕਾਸ਼ ਪੁਰਬ ਸੀ, ਉੱਥੇ ਉਹਨਾਂ ਨੇ ਸਿੱਕਾ ਜਾਰੀ ਕਰਨਾ ਸੀ ਤੇ ਮੈਂ ਵੀ ਉੱਥੇ ਗਿਆ ਸੀ। ਮੈਨੂੰ ਵੀ ਕਾਰਡ ਆਇਆ। जब ये प्रोग्राम खत्म होने लगा तो मोदी साहब ने जाना शुरू किया तो मैं आवाज़ दी, मोदी साहब रुक जाइए, मैंने 1984 की बात करनी है। मैं कुलदीप सिंह भोगल हूँ जो 1984 की लड़ाई लगातार शुरू से लड़ रहा हूँ। वाहेगुरु जानो, उन्होंने वो रुक गए उत्थे। मैनू कहते क्या बात है, मैं उन्होंने कहा दिल्ली विच SIT लागू हो गई है मगर यूपी विच नहीं हुई है। कहने आपने सुप्रीम कोर्ट में डाली थी जनहित याचिका। मैं कहा जी हाँ, अब आप ही इसको करवा सकते हैं। इन्होंने मेरे को कहा जी कागज भिजवा दो। मैं कागज इन्हों का ऑफिस है जो घर रेस कोर्स रोड उत्थे वो कागज दे के आया। तुसी मनोगे नहीं, 4 दिन बाद यूपी सरकार ने अपनी कैबिनेट की मीटिंग बुला के SIT का गठन कर दिता। गठन करन तो बाद उन्होंने कहा कि असी 6 महीने के अंदर असी SIT जिहड़ा है अपना फैसला दे देगी, सब कुछ कार्रवाइयां शुरू कर देगी। मगर अफसोस की गल है अज 1 साल अगले महीने हो जाएगा, 1 साल पूरा हो जाएगा, मगर SIT का जिहड़ा रवैया है वो ढिल-मुल रवैया है। वो इस वजह नाल साडी उत्थे टीम हैगी है दंगा पीड़ित राज कमेटी, जिहदे विच कुलवंत सिंह जी खालसा, जिहदे विच जसविंदर सिंह जी मल्होत्रा और सुरजीत सिंह जी उपराए और दूसरे साथी हैं उत्थे साडे दंगा पीड़ित राज कमेटी दे। गल यह है कि जिहड़ी SIT गठित की गई ये उहदा काम है कि वो जाके गवाहां नूं लभे, उन्हां दे एड्रैस लभे कित्थे हैगे न, कित्थे दिल्ली च न, हरियाणा विच न, पंजाब विच न, जां वो मध्य प्रदेश दे विच। असीं इन्हां नूं कहा सी कि तुसीं अखबारां दे विच, नैशनल न्यूज़ दे विच, TV दे विच विज्ञापन दिओ कि SIT का गठन हो गया है कानपुर दे विच। जिन्हां लोगों ने गवाही देनी है, जिन्हां दे लोग मारे गए हैं, वो इत्थे आके कानपुर आके गवाही देन। मैं दिल्ली सिख गुरुद्वारा प्रबंधक कमेटी नूं भी कहा सी, श्रोमणी कमेटी नूं भी कहा सी। उन्होंने कहा सी कि जिहड़े बंदे भी गवाह देणगे असीं उन्हां नूं भेजांगे, वो उत्थे जाण कानपुर। जो उन्होंने किराया लगता है, कुछ लगता है, वो दिल्ली गुरुद्वारा कमेटी देगी, श्रोमणी कमेटी देगी। इहदे च पैसे की कोई गल ही नहीं हैगी। मगर अफसोस की गल है जिहड़े गवाह असी उत्थे भुगताए न, वो जितने भी भुगताए हैं वो SIT ने कोई काम नहीं किया, ना उन्होंने सुरक्षा दी। हुण साडे जिहड़े बंदे उत्थे हैगे हैं, हुण उन्हां नूं जाण दा खतरा है। वो मैनूं भी ना चिट्ठियां अगे आईयां सी उत्थों कि धमकी दियां चिट्ठियां वो मैं कोर्ट दे विच दित्तियां सी। हुण साडे जिहड़े बंदे हैं उत्थे कुलवंत सिंह जी खालसा ते जसविंदर सिंह मल्होत्रा और सुरजीत सिंह जी ओबराए और कई हैं, उन्हां नूं जिन्हां दे नाम आए न, जिहड़ा कुशवाहा है, कुशवाहा उहदा भतीजा है। एक गवाही जिहड़ी साडी होई है उस बंदे ने जज दे सामने उहदी गवाही होई अंदर बंद कमरे, उन्हें उहदा नाम लिया है। क्यों और कई दोषी हैगे हैं
क्योंकि SIT बिल्कुल काम नहीं करती भी। मैं प्रधानमंत्री जी ਨੂੰ, देश के गृह मंत्री ਨੂੰ, चीफ सैकटरी ਨੂੰ, यूपी के मुख मंत्री ਨੂੰ, उस तो बाद ਜਿਹੜੇ ਇੱਥੇ ਦੇ ਕਾਨਪੁਰ ਦੇ MP ਹਨ, जब मैं उन्होंने उत्थे जाके साथ दिता, सिखा ਨੂੰ ਕਿਹਾ कि ਜਿਹੜੇ सत्यादेव पचौरी ਹਨ ਉਹਨਾਂ ਦੀ ਉੱਥੇ ਅਸੀਂ ਮਦਦ ਕੀਤੀ। ਉਹਨਾਂ ਦੇ ਅਸੀਂ ਉੱਥੇ 84 ਦੇ ਜਿਹੜੇ ਦੰਗਾ ਪੀੜਿਤ ਸੀ ਲੋਕ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਸਤਿਆਦੇਵ ਪਚੌਰੀ ਨੂੰ, ਇਹ BJP ਦੇ ਉਮੀਦਵਾਰ ਹਨ, ਇਹ ਆਪਣੀ ਮਦਦ ਕਰਨਗੇ ਔਰ ਇਹ ਦੋਸ਼ੀਆਂ ਨੂੰ ਸਜ਼ਾ ਦਿਲਾਣਗੇ। ਉਹਨਾਂ ਨੇ ਇੱਕ ਚਿੱਠੀ ਲਿਖੀ ਹੁਣ ਯੋਗੀ ਸਰਕਾਰ ਨੂੰ ਕਿ ਬਈ ਇਹਦਾ ਢੁਲਮੁਲ ਰਵੱਈਆ SIT ਦਾ, ਤੁਸੀਂ ਇਹਦਾ ਸੰਗਿਆਨ ਲਓ। ਸਰਦਾਰ ਸੁਖਦੇਵ ਸਿੰਘ ਢੀਂਡਸਾ ਮੇਰੇ ਨਾਲ ਯੋਗੀ ਨੂੰ ਮਿਲਣਗੇ, ਉਹਨਾਂ ਨੇ ਮੈਮੋਰੈਂਡਮ ਦਿੱਤਾ ਤੇ ਉਹਦੇ ਵਿੱਚ ਸਾਡੇ ਪ੍ਰਸੂਨ ਕੁਮਾਰ ਜੀ ਵੀ ਸੀ, ਇਹ ਵੀ ਨਾਲ ਗਏ ਸੀ। ਅਸੀਂ ਉੱਥੇ ਜਾ ਕੇ ਸਾਰੀਆਂ ਗੱਲਾਂ ਦੱਸੀਆਂ, मगर योगी जी ने एक गल कही थी कि मैं 3 महीने के अंदर जो गवाही आ जाएंगी, जो दोषी होंगे उनको सजा दे दी जाएगी, उनको जो मुआवजे हैं वो भी दे दिए जाएंगे। मगर पता नहीं की होया, उन्होंने अज साल होने आ गया, 23 नवंबर को साल हो जाएगा, मगर जी जी SIT है इसका ढुलमुल रवैया है। मैं धन्यवाद करता हाँ देश के प्रधानमंत्री का, क्योंकि 35 साल बाद सानू इंसाफ मिलया है, क्योंकि कांग्रेस ने सानू इंसाफ नहीं देना सी। मैं राजनाथ जी का भी धन्यवाद करता ते नाल मैं धन्यवाद करता हाँ अमित शाह जी का, जिन्होंने मैं मैमोरेंडम दे के आया सी, उन्होंने मैनू भरोसा दिलाया सी कि असी इनू SIT नू कहांगे कि वो जल्दी तो जल्दी काम करे। सरदार भोगल जी मगर जी जिवें तुसीं गल कर ही रहे हो कि जिहड़ा इंसाफ नहीं मिल रहा, मैं चाहांगी कि प्रसून कुमार जिहड़े एडवोकेट ने, वो भी जिहड़े केस सारे केस नूं देख रहे ने, उन्हां नाल भी असीं जे पहलां थोड़ी जी उन्हां दी भी टिप्पणी लै लईए। जी प्रसून सर, अगर मैं आपसे बात करना चाहूँ तो जो इंसाफ दिलाने के लिए संघर्ष कर रहे हैं सरदार कुलदीप सिंह भोगल, और जनहित याचिका भी जो फाइल की गई है, इसके बारे में आप क्या कहेंगे कि अभी तक इंसाफ क्यों नहीं मिल रहा, क्या कमी रह गई है? ये देखिए, ये तो बहुत पहले हो जाना चाहिए था, लेकिन अनफॉर्चुनेटली किसी ने इस पर ध्यान नहीं दिया, या कहिए किसी की वैसी कोशिश नहीं रही। ये तो भोगल साहब का एफर्ट था कि उन्होंने एक जनहित याचिका के लिए अप्रोच किया कि नहीं, ये डालनी ज़रूरी है कि कानपुर में बहुत से लोग मारे गए हैं और उनको न्याय नहीं मिल पाया, अभी तक इंसाफ नहीं मिल पाया। तो हमने एक रिट पिटिशन डाली सुप्रीम कोर्ट में, एंड ऑनरेबल सुप्रीम कोर्ट ने उस पर संज्ञान लेते हुए सबको नोटिस जारी किया, केंद्र सरकार को, राज्य सरकार को, और हमने मांगी थी कि भाई उसमें या CBI इंक्वायरी कराई जाए, बिकॉज उत्तर प्रदेश पुलिस ने आज तक कुछ नहीं किया, जबकि ये 34 ईयर्स बीत गए, उसके बाद भी कुछ नहीं हुआ। तो देयर इज़ नो पॉसिबिलिटी कि अब आगे कोई जस्टिस हो पाएगी। तो सुप्रीम कोर्ट ने स्टेटस रिपोर्ट की मांग की कि भाई आप दोनों स्टेटस रिपोर्ट फाइल करो, इसके बारे में बताओ कि वेदर आपको SIT चाहिए, SIT बनाने देनी है या CBI इंक्वायरी करने देनी है या नहीं देनी है। तो केंद्र सरकार ने बड़ी फेयरली इस चीज़ में एफिडेविट फाइल किया कि अगर SIT यूपी गवर्नमेंट बनाती है तो हमें कोई आपत्ति नहीं है, हम उसका समर्थन करेंगे। यूपी गवर्नमेंट ने कोई स्टेटस रिपोर्ट नहीं फाइल की, और ये मामला यूपी गवर्नमेंट के पास जब तक था। इसी बीच में SIT, जो भोगल साहब बता रहे थे कि बाय हिज एफर्ट्स वो SIT का गठन हो गया, मुख्यमंत्री जी ने कर दिया। खैर, SIT का गठन होना ही एक बहुत बड़ी बात नहीं थी, बिकॉज ये एक पहला कदम था। उसके बाद उसको 6 महीने का टाइम दिया गया। 6 महीने का टाइम में ये स्पेशल इन्वेस्टिगेशन टीम का काम होता है कि इन्वेस्टिगेशन करना, और जो भी मामले जो क्लोजर हो गए थे उन क्लोजर रिपोर्ट्स को फिर से इन्वेस्टिगेट करना, जैसा कि दिल्ली में हुआ था। और उसके बाद जो उसमें अक्यूज थे उन अक्यूज को फिर से ट्रायल पे लाना। तो ये SIT का काम था, और इसके लिए हमने SIT को परस्यू भी किया कि भाई अब आप ये काम शुरू करो, डिफरेंट थानों में जो केसेस हैं उसको आप तफसील से ये करो। हमने कितनी बार विजिट भी की कानपुर में और SIT के लोगों से मुलाकात की, लेकिन जो अपेक्षित जो रिजल्ट आना चाहिए वो नहीं आ रहा। उसका कारण वो लोग कह रहे हैं कि सर बहुत पुराना मामला है। हमारे कहने का मतलब है कि अगर आपको एक भी गवाह मिलता है, आप उसको पूरी सुरक्षा के साथ आप कोर्ट में पेश कीजिए, वो अपनी गवाही देगा, उसके साथ आप बीती हुई है, उसके साथ वो दर्दनाक हादसा हुआ है, उसने सामने देखा है, वो बहुत ही क्लियरली इस चीज़ को बता सकता है। लेकिन चूंकि वो डर में है, वो दहशत में जी रहा है, वो उसी समाज में जी रहा है जिस समाज में उसके ही कातिल, उसके लोगों के कातिल हैं, तो उसको तो एक सुरक्षा देनी बहुत ज़रूरी बनती है। जी सरदार भोगल जी, जिवें कि हुण वकील साहब कह ही रहे सी, हुण तुसीं की कहोगे? जिवें जिवें इन्हां ने पॉइंट रखिया है कि जिहड़े गवाह हुंदे ने उन्हां नूं सुरक्षा देनी बहुत जरूरी है, ते
ਕਿਤੇ ਨਾ ਕਿਤੇ ਜਾ ਕੇ ਕਿਤੇ ਉਹ ਡਰਦੇ ਇਹੋ ਜਿਹੀ ਵੀ ਗੱਲ ਸਾਹਮਣੇ ਆਈ ਹੈ ਕਿ ਐਸਆਈਟੀ ਵਿੱਚ ਜਿੰਨੀ ਕੁ ਥੋੜੀ ਬਹੁਤੀ ਜਾਂਚ ਹੋਈ ਹੈ, ਕਹਿੰਦੇ ਕਿਹੜੇ ਗਵਾਹ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਹੁਣ ਸਾਨੂੰ ਲੋੜ ਹੀ ਨਹੀਂ, ਅਸੀਂ ਕਾਰਵਾਈ ਕਰਨ ਚਾਹੁੰਦੇ ਨਹੀਂ ਵੀ ਕੁਝ ਕਾਰਵਾਈ ਹੋਵੇ। ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਇੱਦਾਂ ਚਾਹੁੰਦਾ ਹੋਏਗਾ ਕਿ ਉਹ ਕਿਸੇ ਦਬਾਅ ਥੱਲੇ ਨੇ, ਕਿਸੇ ਡਰ ਦੇ ਅਧੀਨ ਨੇ? ਬਿਲਕੁਲ, ਦੇਖੋ ਜਦ ਅਸੀਂ ਯੋਗੀ ਸਾਹਿਬ ਨੂੰ ਉੱਥੇ ਮਿਲਣਗੇ ਇਹ ਗੱਲ ਅਸੀਂ ਗ੍ਰਹਿ ਮੰਤਰੀ ਨੂੰ ਕਹੀ ਕਿ ਭਾਈ ਜਿਹੜੇ ਬੰਦੇ ਗਵਾਹੀ ਦੇਣਗੇ ਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਏ, ਮਗਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਰੇਂਗਦੀ ਵੀ ਨਾ ਯੋਗੀ ਦੇ ਨਾ ਇਹਦੀ ਐਸਆਈਟੀ ਦੇ ਜੋ ਬਲਿੰਦੂ ਭੂਸ਼ਣ ਹੈਗਾ ਹੈ ਉਹ ਐਸਆਈਟੀ ਦਾ ਇੰਚਾਰਜ ਹੈਗਾ ਹੈ। ਉਹਨੂੰ ਮੈਂ ਵੀ ਮਿਲ ਕੇ ਆਇਆ ਸੀ, ਪ੍ਰਸੁਨ ਕੁਮਾਰ ਜੀ ਵੀ ਮਿਲ ਕੇ ਆਏ, ਮਗਰ ਉੱਥੇ ਉਹਨਾਂ ਦੇ ਕੋਈ ਕੰਨਾਂ ਤੇ ਜੂੰ ਨਹੀਂ ਰੇਂਗਦੀ ਪਈ। ਅਸੀਂ ਪਰੇਸ਼ਾਨ ਹੋਏ ਪਏ ਆ। ਜਿਹੜੇ ਗਵਾਹ ਹੁਣ ਬਾਹਰ ਹੈਗੇ, ਦੇਖੋ ਇੱਕ ਬੜੀ ਵੱਡੀ ਗੱਲ ਹੈਗੀ ਹੈ, ਜਿਨ ਜਲੰਧਰ ਦਾ ਇਲਾਕਾ ਹੈ ਉੱਥੇ ਦੋ ਭਰਾ ਹੈਗੇ ਜਿਨ੍ਹਾਂ ਦੀ ਉਮਰ 72 ਸਾਲ ਤੇ 75 ਸਾਲ ਹੈ। ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਗੋਡੇ ਜਵਾਬ ਦੇ ਗਏ ਹਨ, ਤੁਸੀਂ ਸਾਡਾ ਨਾ ਵੀਡੀਓਗ੍ਰਾਫਿੰਗ ਤੇ ਸਾਡੀ ਨਾ ਗਵਾਹੀ ਕਰਵਾ ਦਿਓ, ਅਸੀਂ ਨਾ ਦੱਸਾਂਗੇ। ਅਸੀਂ ਨਾ ਇਹਨਾਂ ਨੂੰ ਦਿੱਤੇ ਕਾਨਪੁਰ ਦੇ ਵਿੱਚ, ਅੱਜ 1 ਸਾਲ ਹੋ ਗਿਆ ਇਹਦੇ ਤੱਕ ਵੀਡੀਓਗ੍ਰਾਫਿੰਗ ਨਹੀਂ ਹੋਈ। ਉਸ ਤੋਂ ਬਾਅਦ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਹਨ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਹਨ ਭਾਟੀਆ ਜੀ, ਉਹਨਾਂ ਦੇ ਦਾਦਾ ਜੀ ਸੀ ਇੱਥੇ ਕਾਨਪੁਰ ਦੇ ਵਿੱਚ ਜਿਨ੍ਹਾਂ ਦੀ ਡੈਥ ਹੋਈ। ਇਹ ਗੱਲ ਸਰਦਾਰ ਮੋਹਕਮ ਸਿੰਘ ਨੇ ਦੱਸੀ ਸੀ ਕਈ ਵਾਰ ਸਾਨੂੰ। ਹਾਂਜੀ, ਔਰ ਇਹ ਮੀਟਿੰਗ ਵਿੱਚ ਵੀ ਸਾਡੇ ਬੰਦੇ ਜਿਹੜੇ ਹਨ ਖਾਲਸਾ ਜੀ ਔਰ ਅਬਰਾਏ ਸਾਹਿਬ ਔਰ ਮਲਹੋਤਰਾ ਜੀ ਨੇ, ਹੁਣ ਜਿਹੜੀ ਪਿੱਛੇ ਮੀਟਿੰਗ ਹੋਈ ਹੈ ਬਲਿੰਦੂ ਭੂਸ਼ਣ ਦੇ ਨਾਲ, ਇਹਨਾਂ ਨੇ ਮੀਟਿੰਗ ਰੱਖੀ ਸੀ ਸਰਕਾਰੀ ਗੈਸਟ ਹਾਊਸ ਦੇ ਵਿੱਚ, ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਤੁਸੀਂ ਗੱਲ ਕਰੋ ਅਮਰੀਕਾ ਦੇ ਵਿੱਚ, ਉਹ ਗਵਾਹੀ ਦੇਣ ਨੂੰ ਤਿਆਰ ਹਨ। ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹਨ ਉਹਨਾਂ ਦੇ ਉਹ ਅੰਗ ਰਕਸ਼ਕ ਹੈਗੇ ਹਨ, ਤੁਸੀਂ ਗਵਾਹੀ ਉੱਥੇ ਦਿਓ, ਉਹਨਾਂ ਨੂੰ ਚਿੱਠੀ ਭੇਜੋ ਜਾਂ ਉਹਨਾਂ ਨਾਲ ਟੈਲੀਫੋਨ ਨੰਬਰ ਅਸੀਂ ਦਿੱਤਾ, ਮਗਰ ਕੋਈ ਗੱਲ ਨਹੀਂ ਕਰਦੇ ਪਏ। ਬਲਿੰਦੂ ਭੂਸ਼ਣ ਜੀ ਨੇ ਕਈ ਵਾਰ ਆਪਣੇ ਪ੍ਰਸੁਨ कुमार जी ने गल की, भाई चार्जशीट दाखिल करो, जिनके नाम आ गए हैं गवाहों ने दिए हैं उनको अरेस्ट करो आप, वो अब खतरे में है कि हमें मार ना दे, उनके घर पे आप जाओ। मगर ये कुछ नहीं करते पे, ये साडी अखां दे विच धूड़ झुकदे हन। जो नरेंद्र मोदी जी ने SIT बनवाई, मगर ये जो यूपी की सरकार है, यूपी दे जेड़ी SIT है वो इन्हां गुनाहगारां नूं बचा रही है। ये मैं आज सच्चाई बोल रहा। अगर इंज होया तो फिर देख लो सिख कौम जिहड़ी हैगी है ना वो बड़ी दिलदार होंदी है, मगर इन्हां ने जो उत्थे साडे नाल धोखा कीता, इन्हां ने SIT वालियां ने नाल, ये साडे नाल गल करदे हन है जी, मैनू चिट्ठी भेजदे हन कि तुसीं उत्थे आ जाओ। मैं मनदीप जी किन जा सकदा उत्थे? जे मैं जाऊंगा मेरे नाल जो उत्थे हादसा हो गया उसकी जिम्मेवारी कौन लेगा? क्योंकि गवाह उत्थे जा रहा है, उन्हां दी ते गवाही होंदी नहीं पई जी, उन्हां नूं सुरक्षा देंदे नहीं पे। मैं दिल्ली तो जावां, इथों गाजियाबाद तो कोई मैनू थल्ले सट दे कि ये बंदा है, ये वो हैगा, मेरी दुनिया उत्थे जानदी है कानपुर दे विच जेहड़े दोषी हन, क्योंकि मैं उन्हां दी लड़ाई लड़ी है SIT दे RTI दे विच, मैं उन्हां दे नाम लैके आया। साडे बंदे उत्थे बड़े इस टाइम तंग हन, डरदे पे हन, जेहड़े बाहर बंदे बैठे न। हाँ, एक वड्डी गल ये है जेहड़ी SIT अखबारां दे विच विज्ञापन नहीं दे सकदी, वो की SIT है जी? असीं क्या कह के थक गए भाई, विज्ञापन दिओ। कुछ बंदे पंजाब विच हैगे न, कुछ दिल्ली विच न, कुछ मध्य प्रदेश दे विच, कुछ हरियाणे दे विच, सानू कह देंदे हाँ बस दे रहे हैं। आप चीफ सेक्रेटरी को जाके मिले, 15 दिन पहले चीफ सेक्रेटरी नूं साडी टीम जिहड़ी हैगी है उत्थे दी कानपुर दी, वो जाके मिल के आई है। उन्होंने कहा आप होम सेक्रेटरी से मिलो, उस तो बाद होम सेक्रेटरी नाल मिले। मतलब साडू चक्कर व्यूज पसंद पे। अज मैनू भी जब तू लॉकडाउन होया सी कोरोना, मैं उस तो बाद गया नहीं। उन्होंने मैनू कहते हैं गवाह जिहड़े जिन्हें गवाह, भोगल साहब तुसीं इत्थे आओ है जी, दूसरे बंदे कहते तुसीं उत्थे आओ। मैं किन जावां जी उत्थे? सरकार देखदी नहीं पई, सरकार क्यों ढिल-बुल रवैया है? जिहड़े गवाह देंदे ने उन्हां नूं ही सुरक्षा नहीं दे रहे, और साडे जिहड़े बंदे नंगा पीड़ित राज कमेटी दे ਉਹ ਜਿਨ੍ਹਾਂ ਘਰਾਂ ਦੇ ਵਿੱਚ ਜਾਂਦੇ ਨੇ SIT ਤੇ ਜਾਂਦੀ ਨਹੀਂ ਪਈ, ਉਹ ਕੱਢ ਕੇ ਲਿਆਉਂਦੇ ਨੇ, ਭਾਵੇਂ 2 ਕੱਢ ਕੇ ਲਿਆਏ ਗਵਾਹ ਜਾਂ 3 ਕੱਢ ਕੇ ਲਿਆਏ, ਉਹ ਲਿਆਏ ਤੇ ਹੈ ਨਾ। SIT ਦੱਸ ਦੇਵੇ ਅਸੀਂ ਕਿੰਨੇ ਗਵਾਹ ਕੱਢੇ ਹਨ, ਉਹ ਦੱਸ ਦੇਵੇ ਕਿ ਅਸੀਂ ਅਖਬਾਰਾਂ 'ਚ ਕਢਵਾ ਦਿੱਤਾ ਹੈ, ਉਹ ਦੱਸ ਦੇਣ ਕਿ ਅਸੀਂ ਉਹਨਾਂ ਗਵਾਹਾਂ ਦੇ ਘਰ ਗਏ ਹਾਂ। ਉਹ ਕਿਉਂ ਡਰਦੇ ਪਏ ਹਨ?
और ਜਿਹੜੇ ਉੱਥੇ ਬਲੰਦੂ ਭੂਸ਼ਣ ਜਾਂ ਦੂਸਰੇ ਲੋਕ ਹਨ, ਉਹ ਬਲੰਦੂ ਭੂਸ਼ਣ ਹੁਣ 1.5-2 ਮਹੀਨੇ ਬਾਅਦ ਆਏ ਨੇ। ਉੱਥੇ ਕੋਈ ਵਾਰੀ ਵਾਰਸ ਹੀ ਨਹੀਂ ਸੀ। ਸਾਲ 23 ਨਵੰਬਰ ਨੂੰ ਹੋ ਜਾਏਗਾ और वो अंदर खाते कहते जी वो ऐसे है, क्या पता टाइम बढ़ जाए। ये मतलब टाइम ही बदला देगा, कम नहीं करना तुसी ने। तुसी जे यही करना ते SIT क्यों गठन की यूपी सरकार ने? या ते यूपी सरकार दे नीयत विच खोट है या SIT ਜਿਹੜੀ अफसर है उन्हां दे मन विच खोट है। ਅਸੀਂ ਤੇ ਬਿਲਕੁਲ ਲੜਾਈ ਵਾਸਤੇ ਬੈਠੇ ਹਾਂ। ਅਸੀਂ ਦੋਸ਼ੀਆਂ ਨੂੰ ਅੰਦਰ ਕਰਾਵਾਂਗੇ, ਭਾਵੇਂ ਉਹ ਕੁਸ਼ਵਾਹਾ ਹੋਵੇ, ਕੁਸ਼ਵਾਹਾ ਦਾ ਭਤੀਜਾ ਹੋਵੇ ਜਾਂ ਕਾਤਲ ਦੂਸਰੇ ਹੋਣ। ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਪਏ। ਅਸੀਂ ਜਾਵਾਂਗੇ ਔਰ ਉਹਨਾਂ ਨੂੰ ਜਿਹੜੇ ਵੀ यूपी ਤੋਂ ਬਾਹਰ ਸਿੱਖ ਭੈਣ ਭਰਾ ਬੈਠੇ, ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੂੰ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਮੇਰੇ ਭੈਣੋ ਤੋਂ ਭਰਾਓ, ਜੋ ਕਾਨਪੁਰ ਦੇ ਵਿੱਚ ਨਰਸੰਹਾਰ ਹੋਇਆ, ਸਾਡੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ ਗਿਆ, ਸਾਡੇ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ। ਅੱਜ ਜਦ ਗਵਾਹੀ ਦਾ ਟਾਈਮ ਆਇਆ ਹੈ, ਤੁਸੀਂ ਕਿਉਂ ਨਹੀਂ ਆਉਂਦੇ ਪਏ ਕਾਨਪੁਰ ਦੇ ਵਿੱਚ ਗਵਾਹੀ ਦੇਣ? ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਜਿਹੜੇ ਹੁਣ ਕਾਨਪੁਰ ਵਿੱਚ ਨਹੀਂ ਰਹਿ ਰਹੇ ਪਰ ਉਸ ਵੇਲੇ ਉਹਨਾਂ ਨੇ ਉਸ ਦੰਗੇ ਨੂੰ ਆਪਣੇ ਪਿੰਡੇ ਤੇ ਹੰਡਾਇਆ ਜਾਂ ਇਹ ਦੰਗਾ ਹੁੰਦਾ ਦੇਖਿਆ ਜਾਂ ਕਤਲੇਆਮ ਹੁੰਦਾ ਸਿੱਖਾਂ ਦਾ ਦੇਖਿਆ, ਤਾਂ ਉਹਨਾਂ ਨੂੰ ਚਾਹੀਦਾ ਕਿ ਅੱਗੇ ਆਉਣ ਅਤੇ ਆਪਣੀ ਗਵਾਹੀਆਂ ਜਿਹੜੀਆਂ ਦਰਜ ਕਰਾਉਣ। ਪਰ ਸਵਾਲ ਤਾਂ ਫਿਰ ਉਹੀ ਉੱਠਦਾ ਹੈ ਕਿ ਜਿਹੜੇ ਪਹਿਲਾਂ ਗਵਾਹੀਆਂ ਦਰਜ करवाई गई हैं। प्रसून कुमार जी, अगर मैं आपसे बात करना चाहूँ तो CBCID लखनऊ ने जो जांच की थी उसमें भी कई जो आशंका है कि पुलिस वालों के शामिल होने की आशंका थी कि पुलिस वालों के नाम आए हैं, अब वो उच्च पदों पर विराजमान है। आपको क्या लगता है कि इस हालत में इंसाफ मिलना और भी कठिन नहीं हो जाएगा? डिफिकल्ट तो है, ये मानना पड़ेगा कि डिफिकल्ट है, बट इम्पॉसिबल नहीं है, क्योंकि अभी इसमें बहुत सारी जगहों पे एविडेंसेस हैं कि किन लोगों ने ये सारे कांड किए हैं। क्योंकि जब मुआवजे मिलने का टाइम था उस समय वहाँ के जो कमिश्नरेट में सारे लोगों ने एफिडेविट्स फाइल की थी कि हमारे घर के ये लोग मरे, और उन्होंने FIR की कॉपी फाइल की थी। तो वो FIR की कॉपी आज भी है, वो सबूत है कि ये लोग इसमें अक्यूज्ड हैं और इन लोगों ने ये कत्लेआम किए हैं। अगर उसको ठीक से देखा जाए तो उन सब FIR की मदद से उन अक्यूज को पकड़ा जा सकता है। अब आपका दूसरा सवाल ये है कि जो लोग ऊंचे ऊंचे पदों पर बैठे हुए हैं, उन्हीं के कारण तो आज ये 34 साल हो गए और आज तक कोई इन्वेस्टिगेशन नहीं हुई। इतने सरकार आई और गई और अभी तक इन्वेस्टिगेशन नहीं हो पाई। हो सकता है अभी भी ये प्रॉब्लम्स तो चल रही हैं और हो सकता है कि अभी भी ये प्रॉब्लम आए, लेकिन अभी हमने एक चीज़ करी है कि गवाहों को अपनी निगरानी में हम अपनी गवाही करवा रहे हैं। पिछली बार हम कानपुर जाके हम लोगों ने गवाहों को कोर्ट में जाके उसकी गवाही करवाई थी। ऑफ कोर्स SIT थी वहाँ पे, लेकिन हमने इसलिए अपनी निगरानी देखी कि कल को होके ये ना हो जाए कि हाँ जी गवाह कहीं बीच से चले गए, किसी ने उनको धमका दिया, किसी ने कुछ कर दिया। बिकॉज ये तो एक कम्युनिटी की लड़ाई है और इसमें सबको सहयोग करना तो ज़रूरी है, तभी ये इंसाफ मिल पाएगा लोगों को। SIT के पास जब मैं गया था तो उन्होंने कहा कि हमने 13 केस चिन्हित किए हैं। मैंने कहा 13 केसेस में भी अगर आप एक्यूज को पकड़ पाओ तो एक संदेश जाएगा समाज में भी कि हाँ जी आज भी इंसाफ मिलता है, आज भी ऐसा नहीं है कि इंसाफ के लिए लोग इधर घूम रहे हैं। लेकिन प्रॉब्लम यह है कि वो कब मिलेगा। एक साल हो गए SIT के गठन हुए अभी तक कोई कंक्लूजन पे नहीं पहुंचे हैं, एक चार्जशीट नहीं फाइल हो पा रही है। मैं पूरी कोशिश कर रहा हूँ वहाँ के लोगों के साथ मिलके कि किसी हालत में इसमें चार्जशीट फाइल करके उनको एक्यूज्ड को आइडेंटिफाई करके कम से कम उनको एक बार अरेस्ट किया जाए। एक बार अरेस्ट हो जाने के बाद एक मैसेज जाएगा कि हाँ जी इसमें प्रोसीडिंग हो सकती है। तो और जो लोग गवाह हैं, जो और लोग अलग अलग जगहों पे चले गए हैं, हरियाणा में, पंजाब में या डिफरेंट जगह पे हैं, उनको भी एक हौसला मिलेगा कि भाई अगर मैं भी जाऊं तो मैं भी लोगों को पकड़वा सकता हूं, क्योंकि उनके भी अपने नियर्स एंड डियर्स उन्होंने खोए हैं। किसी के फादर गए हैं, किसी के ब्रदर गए हैं, किसी की बहन गई है, तो उनको भी एक हौसला मिलेगा। और इसलिए ये तो लड़ाई है, थोड़ा सा संघर्ष तो है, लेकिन हमें पूरी उम्मीद है कि इसमें हो जाएगा। जी सरदार भोगल जी, ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਜਿਵੇਂ ਪਹਿਲਾਂ ਹੀ ਇੰਨਾ ਸਾਲ, ਜਿਵੇਂ ਪ੍ਰਸੂਨ ਕੁਮਾਰ ਜੀ ਕਹਿ ਰਹੇ ਸੀ ਕਿ ਕਿੰਨੇ ਸਾਲ ਹੋ ਗਏ, ਹੁਣ ਤਾਂ 36 ਸਾਲ ਹੋਣ ਜਾਣੇ ਨੇ, ਤਾਂ ਹੁਣ ਇਹਨਾਂ ਸਮਿਆਂ ਦੇ ਵਿੱਚ ਵੀ ਫਿਰ ਵੀ ਅਸੀਂ ਲੱਭ ਰਹੇ ਹਾਂ ਕਿ ਕੋਈ ਗਵਾਹ ਮਿਲ ਜੇ। ਪੀੜਤ ਪਰਿਵਾਰਾਂ ਨੂੰ ਅਸੀਂ ਕਰ ਰਹੇ ਹਾਂ, ਇੰਨਾ ਕੁ ਡਰੇ ਹੋਏ ਨੇ, ਅਜੇ ਵੀ ਦਬਾਅ ਦੇ ਅਧੀਨ ਨੇ ਕਿ ਉਹ ਆਪਣੀਆਂ ਗਵਾਹੀਆਂ ਜਿਹੜੀਆਂ ਪ੍ਰੋਪਰ ਨਹੀਂ ਦੇ ਪਾ ਰਹੇ ਨੇ। ਜੇ ਕੋਈ ਦੇ ਪਾ ਰਹੇ ਨੇ ਤੇ ਉਹਨਾਂ ਦੀ ਚੰਗੇ ਤਰੀਕੇ ਨਾਲ ਦਰਜ ਨਹੀਂ ਕੀਤੀਆਂ ਜਾ ਰਹੀਆਂ। ਇਹਨਾਂ ਸਾਰੇ ਹਾਲਾਤਾਂ ਵਿੱਚ ਇਨਸਾਫ ਦੀ ਜਿਹੜੀ ਕਿਰਨ ਤੁਹਾਨੂੰ ਕਿੱਥੇ ਨਜ਼ਰ ਆਉਂਦੀ ਹੈ? ਦੇਖੋ, ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ। ਕਾਨਪੁਰ ਦੇ ਵਿੱਚ ਆਰਮਸ ਦੀ ਤੇ ਬੰਬ ਦੀ ਫੈਕਟਰੀ ਹੈਗੀ ਹੈ ਸਰਕਾਰੀ। ਉੱਥੇ ਉਹਦੇ ਸਾਹਮਣੇ ਬੰਦਿਆਂ ਨੂੰ ਮਾਰਿਆ ਗਿਆ ਸੀ। SIT ਵਾਲਾ ਜੋ ਉੱਥੇ ਕੁਲਵੰਤ ਸਿੰਘ ਜੀ ਖਾਲਸਾ ਔਰ ਸੁਰਜੀਤ ਸਿੰਘ ਉਬਰਾਏ,
इन्हों के कोल SIT वाले गए, कहते जी आप इस सरकारी फैक्ट्री से हमें वो जो लोग थे जिन्होंने गवाही दी थी वो पूछ के आओ कि वो उस टाइम कहाँ है, इस टाइम कहाँ है, क्योंकि इंडिया जो हैड ऑफिस है आर्म्स का और बंबा का वो है वेस्ट बंगाल दे विच। उन्होंने कहा कि हम कैसे अंदर जा सकते हैं इस फैक्ट्री के अंदर, हमें तो जाने नहीं देते, यहाँ तो कोई यहाँ पास भी नहीं जा सकता, हम कैसे जाएं वहां पे। वो कहते हैं हमें नहीं पता, वो हमें तो देते नहीं, वो भाई कहाँ चले गए जो गवाही थे, जो अंदर लोग काम करते थे, इंस्पेक्टर थे या कोई और कोई लोग थे। हुण ਇਹ ਜਿਹੀਆਂ ਗੱਲਾਂ ਜਦ ਹੋਣਗੀਆਂ, ਹੁਣ ਆਰਮਸ ਦੀ ਫੈਕਟਰੀ ਦੇ ਵਿੱਚ ਜਾਂ ਬੰਬ ਦੀ ਫੈਕਟਰੀ 'ਚ ਸਾਡੇ ਦੰਗਾ ਪੀੜਿਤ ਰਾਜ ਕਮੇਟੀ ਦੇ ਬੰਦੇ ਥੋੜ੍ਹਾ ਜਾਣਗੇ। ਇਹ ਤੇ SIT ਚਿੱਠੀ ਪਾਏਗੀ, ਕਿਸ ਨੂੰ ਪਾਏਗੀ? ਯੂਪੀ ਸਰਕਾਰ ਨੂੰ ਪਾਵੇ ਜਾਂ ਰੱਖਿਆ ਮੰਤਰੀ ਨੂੰ ਪਾਵੇ ਕਿ ਉਸ ਟਾਈਮ ਜਿਹੜੇ ਅਫਸਰ ਹੈਗੇ ਸੀ ਅੰਦਰ ਜਿਨ੍ਹਾਂ ਨੇ ਸਾਹਮਣੇ ਦੇਖਿਆ ਸੀ, ਜਿਨ੍ਹਾਂ ਦਾ FIR ਦੇ ਵਿੱਚ ਨਾਂ ਹੈਗਾ। ਹੁਣ ਅਸੀਂ ਕਿੰਝ ਜਾ ਸਕਦੇ ਹਾਂ ਜੀ ਉੱਥੇ? ਉਹ ਕਹਿੰਦੇ ਅਸੀਂ ਕਿਉਂ ਜਾਵਾਂਗੇ ਅੰਦਰ, ਸਾਨੂੰ ਕੋਈ ਨਹੀਂ ਦੇਗਾ, ਉਹ ਤੇ ਸਾਨੂੰ ਅੰਦਰ ਵੀ ਨਹੀਂ ਵੜਨ ਦੇਗਾ। मतलब ਇਹ ਜਿਹਾ ਤੇ SIT ਵਾਲੇ ਇਹ ਹਰਕਤਾਂ ਕਰਦੇ ਪਏ। ਉਹਨਾਂ ਨੂੰ ਕਹਿੰਦੇ ਮੈਨੂੰ ਤੇ ਇਹ ਦੇਖੋ ਇੱਕ ਗੱਲ ਸਾਫ਼ ਹੈਗੀ ਏ, ਇਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿੱਚ ਇਹਦੇ ਕੰਮ ਕੀਤਾ ਹੈ। ਸੁਣ ਲਓ ਅੱਜ ਗੱਲ 84 ਦਾ ਇਨਸਾਫ ਦਿਲਾਉਣ ਵਾਸਤੇ ਉਹਨਾਂ ਨੇ ਖੁਦ ਯੋਗੀ ਜੀ ਨੂੰ ਟੈਲੀਫੋਨ ਤੇ ਕਾਗਜ਼ ਜਿਹੜੇ ਮੈਂ ਦੇ ਕੇ ਆਇਆ ਸੀ ਉਹਨਾਂ ਨੂੰ ਦਿੱਤਾ। ਹੁਣ ਉਹਨਾਂ ਦੀ ਉਸ ਪਗੜੀ ਦਾ ਸਵਾਲ ਹੈ ਇੱਜ਼ਤ ਦਾ कि अगर ये बंदे उत्थे किसी बंदे नू अंदर ना कर सके, फिर नरेंद्र मोदी जी का जिहड़ा सिर है वो झुक जाएगा कि मैं इस SIT नू लागू करवाया उत्थे कह के। अगर ये काम नहीं करेंगे ना यूपी वाले या SIT वाले, फिर देखो साडा ये एतबार भी उठ जाएगा कि एक देश के प्रधानमंत्री श्री नरेंद्र मोदी जी ने एक ऐसा काम किया, दिल्ली विच किया। सज्जन कुमार कोई कह सकता सी एक कांग्रेस का एक सब तो वड्डा गुनहगार सी, कातल सी, उन्होंने असी बार बार यही कहते सी ना सज्जन कुमार जगदीश कैटलर नू अंदर करे सरकार, क्योंकि उस टाइम कांग्रेस थी, कांग्रेस ने नहीं किया। एक देश का प्रधानमंत्री शेर आया जिन्हें अपना वादा पूरा किया और सज्जन कुमार नू अंदर किया, और हुण वो जगदीश कैटलर जाएगा, कमलनाथ जाएगा। इसी तरह मैनू अपने प्रधानमंत्री से पूरी उम्मीद है, नरेंद्र मोदी जी से पूरी उम्मीद है। मैं उन्होंने ये जो अज इत्थे कह रहा वो इस प्रोग्राम नू देखणगे भी, मैं उन्होंने ये प्रोग्राम भजवांगा भी। मैं लगातार उन्होंने संपर्क में हैगा, मैं उन्होंने भी मैमोरेंडम देंदा, उन्होंने जो ट्वीट है उहदे ते भी मैं पांदा हाँ। मैनू पूरी उम्मीद है कि नरेंद्र मोदी जी जिहड़े हैगे हन वो इस मसले नू फिर योगी नाल गल करनगे। और जिहड़ी SIT फिल्म रवैया अपना रही है, 3 लोगों दी गवाहियां हो चुकियां जिहदे विच साफ कह दिता गया है कि यह बंदा दोषी है। जब साडे बंदियां ने SIT दे बंदियां नूं कहा उहनूं अरेस्ट करो, और उहदी जिहड़ी गवाही है वो जज ने कमरे अंदर बंद दे विच कीती, ते क्यों नहीं करदे पे उस बंदे नूं अरेस्ट? क्योंकि वो बंदा जिहड़ा है बहुत वड्डा हैगा, उहदा जिहड़ा चाचा सी वो कांग्रेस के टाइम मिनिस्टर सी कुशवाहा, ये भी कुशवाहा है। मैं अज तुहानूं कहना चाहता हाँ कि ये जो SIT है ये बिल्कुल सही काम करे, और अगर ये सही काम नहीं करेगी तो असी भी कहांगे सानू इंसाफ नहीं मिलिया। मोदी जी ने बहुत बतेरा जोर लाया सी। मैं एक बार फिर SIT नूं बेनती करदा दंगा पीड़ित राज कमेटी की तरफों कि वो जल्दी तो जल्दी जिहड़े गवाह हैं उन्हां दी अखबारां विच कढवाए विज्ञापन, और जिहड़े बाहर बैठे हैं जिहड़े बीमार हैं उन्हां दी वीडियोग्राफिंग करे, और जिन्हां ने गवाही दित्ती है उन्हां दे दोषियां नूं अरेस्ट करे, ते तदे ही साडे मनां विच ठंड पेगी। क्योंकि इन्हां नूं इह नहीं पता किसी का भरा गया है, किसी की मां गई है, किसी का बच्चा गया है, किसी की वाइफ गई है। अज 36 साल हो जाएंगे मनदीप जी। मैं ना 3 दिन मुकाबला किया सी, 3 दिन मेरे फादर ने, मैं 3 दिन असी एक घर विच छुप के एक पैप पानी का तोड़ के उहदे च बूंदा बूंदा पानी पीते सी। जिथे मैं रहिंदा जंगपुरा भोगल दे विच सब तो ज्यादा ट्रक ट्रांसपोर्ट वाले सी। इत्थे 250-300 ट्रक जलिया सी,
ਔਰ ਰੇਲਵੇ ਸਟੇਸ਼ਨ ਤੇ ਮਾਰ ਕੇ ਨਿਜ਼ਾਮੁਦੀਨ ਸਟੇਸ਼ਨ ਨਾਲ ਲਾਸ਼ਾਂ ਪਈਆਂ ਸੀ। ਜਦ ਅਸੀਂ ਲਾਸ਼ਾਂ ਚੁੱਕਣ ਗਏ, ਜੰਗਪੁਰਾ ਦੇ ਲੋਕ, ਭੋਗਲ ਦੇ ਲੋਕ, ਆਸ਼ਰਮ ਦੇ ਲੋਕ, ਉਹਨਾਂ ਨੂੰ ਇਹ ਸ਼ੱਕ ਦੇ ਵਿੱਚ ਬੰਦ ਕਰ ਦਿੱਤਾ ਕਿ ਤੁਸੀਂ ਰੇਲਵੇ ਲਾਈਨ ਤੋੜਨ ਆਇਆ ਹੈ। ਉਹਦੇ 'ਚ ਮੈਂ ਵੀ ਸ਼ਾਮਲ ਸੀ। ਸਾਨੂੰ ਕਈ ਦਿਨ ਉੱਥੇ ਬਿਠਾਇਆ ਗਿਆ ਥਾਣਿਆਂ ਦੇ ਵਿੱਚ, ਮਗਰ ਅਸੀਂ ਉਹ ਲੜਾਈ ਦੇਖੀ ਹੈ। ਸਾਡੇ ਬਜ਼ੁਰਗਾਂ ਨੇ ਕਿਹਾ ਸੀ ਕਿ ਜਦ ਪਾਕਿਸਤਾਨ ਬਣਿਆ ਸੀ ਨਾ ਤੇ ਇਹ ਕੁਝ ਹੋਇਆ ਸੀ, ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਖੂਹ ਦੇ ਵਿੱਚ ਕੱਟ ਕੇ ਪਾ ਦਿੱਤਾ ਸੀ ਕਿ ਇਹਨਾਂ ਮੁਸਲਮਾਨਾਂ ਦੇ ਹੱਥ ਨਾ ਲੱਗਣ। ਮਗਰ ਐਤਕੀ ਜੋ ਹੋਇਆ ਹੈ ਉਹ ਪਾਕਿਸਤਾਨ ਤੋਂ ਵੀ ਵੱਧ ਕੇ ਹੋਇਆ ਹੈ। ਹਿੰਦੁਸਤਾਨ ਦੇ ਵਿੱਚ ਸਾਡੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ। ਇਹ ਤਿਰਲੋਕਪੁਰੀ ਜਿਹੜੀ ਹੈਗੀ ਏ, ਕਲਿਆਣਪੁਰੀ, ਇੱਥੇ ਧੀਆਂ ਦੀ ਪੱਤ ਲੁੱਟੀ ਗਈ। ਅੱਜ ਜਿਹੜਾਵਾਂ ਦੀ ਕਲੋਨੀ ਹੈ ਹੁਣ ਤਿਲਕ ਵਿਹਾਰ, ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਇਹ ਪਹਿਲੀ ਵਿਧਵਾਵਾਂ ਦੀ ਕਲੋਨੀ ਹੈ ਜਿਨ੍ਹਾਂ ਨੂੰ ਇਨਸਾਫ ਦੀ ਲੜਾਈ ਬੈਠੇ ਹਨ। ਇਹਨਾਂ ਨੂੰ ਵੀ ਜਦ ਇਨਸਾਫ ਨਹੀਂ ਮਿਲਿਆ। ਜਗਦੀਸ਼ ਟੈਟਲਰ ਅੰਦਰ ਨਹੀਂ ਗਿਆ, ਕਮਲਨਾਥ ਨਹੀਂ ਗਿਆ, ਹੋਰ ਕਿਤਨੇ ਲੋਕ ਨਹੀਂ ਗਏ। ਮੈਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ, ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਇਹ 1984 ਦੇ ਨਰਸਹਾਰ ਦੇ ਵਿੱਚ ਉਹਨਾਂ ਲੋਕਾਂ ਨੂੰ ਮਾਰਿਆ, ਭੈਣਾਂ ਨੂੰ ਮਾਰਿਆ, ਉਹ ਸ਼ਹੀਦ ਹੈਗੇ ਨੇ। ਸ਼ਹੀਦਾਂ ਦੀ ਯਾਦਗਾਰ ਅਸੀਂ ਬਣਾਈਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਕਾਬਗੰਜ ਦੇ ਅੰਦਰ ਸਾਨੂੰ ਕਿਸੇ ਨੇ 2 ਗਜ ਜਗ੍ਹਾ ਵੀ ਨਹੀਂ ਦਿੱਤੀ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਸ ਟਾਈਮ ਚਿੱਠੀਆਂ ਲਿਖੀਆਂ ਸੀ ਰਾਈਟ ਵਿਕਟਮ ਰਿਲੀਫ ਕਮੇਟੀ ਦੀ ਤਰਫੋਂ ਕਿ ਜੋ ਗੁਰਦੁਆਰਾ ਬਾਲਾ ਸਾਹਿਬ ਦੇ ਸਾਹਮਣੇ ਸਰਾਏ ਕਲੇ ਖਾਂ ਹੈ, ਉੱਥੇ ਸਰਕਾਰ ਦੀ DDA ਦੀ ਬਹੁਤ ਜਗ੍ਹਾ ਹੈ, ਉੱਥੇ ਸਾਨੂੰ ਜਗ੍ਹਾ ਦਿੱਤੀ ਜਾਏ, ਅਸੀਂ 84 ਦੀ ਯਾਦਗਾਰ ਬਣਾਈਏ। ਮਗਰ ਗੁਰੂ ਮਹਾਰਾਜ ਨੇ ਸੁਣੀ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਅਸੀਂ ਉਹ ਯਾਦਗਾਰ ਬਣਾਈ। ਅੱਜ ਲੋਕ ਹਰ ਸਾਲ ਉੱਥੇ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਨੇ। ਉਹਦੇ ਵਿੱਚ ਕਾਨਪੁਰ ਦੇ ਸ਼ਹੀਦਾਂ ਦੇ ਵੀ ਨਾਮ ਹੈਗੇ। ਮੈਂ ਇੱਕ ਵਾਰੀ ਫਿਰ ਅਪੀਲ ਕਰਦਾ ਹਾਂ ਉਹਨਾਂ ਲੋਕਾਂ ਨੂੰ ਆ ਕੇ ਕਾਨਪੁਰ ਦੇ ਵਿੱਚ ਗਵਾਹੀ ਦਿਓ। ਔਰ ਸਰਕਾਰ, ਯੂਪੀ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਇੱਕ ਆਸ਼ਾ ਦੀ ਕਿਰਨ ਜਿਹੜੀ ਜਾਗੀ ਹੈ ਮੋਦੀ ਸਾਹਿਬ ਦੇ ਆਉਣ ਨਾਲ। ਦਿੱਲੀ ਵਿੱਚ ਤੇ ਸੱਜਣ ਕੁਮਾਰ ਚਲਾ ਗਿਆ, ਕਾਨਪੁਰ ਦੇ ਵਿੱਚ ਇਹ ਜਿਹੜਾ ਕੁਸ਼ਵਾਹਾ ਦਾ ਭਤੀਜਾ ਹੈ, ਜਿਹੜਾ ਜਿੰਨੇ ਇਤਨਾ ਕੁਝ ਉੱਥੇ ਨੁਕਸਾਨ ਕੀਤਾ ਹੈ, ਉਹਨੂੰ ਵੀ ਅੰਦਰ ਕਰ ਦਿਓ ਤਾਂ ਕਿ ਦਿਲਾਂ ਦੇ ਵਿੱਚ ਇੱਕ ਠੰਡ ਪੈ ਜਾਏ ਕਿ ਕੋਈ ਕਦੇ ਕਾਨਪੁਰ ਦੇ ਵਿੱਚ ਦਿੱਲੀ ਜਾ ਕੇ ਕਿਸੇ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਨਹੀਂ ਕਰੇਗਾ। ਕੋਈ ਵੀ ਆ ਕੇ ਸਿੱਖ ਦੀ ਪਗੜੀ ਉਤਾਰ ਕੇ ਉਹਨੂੰ ਜਿੰਦਾ ਨਹੀਂ ਜਲਾਏਗਾ। ਇੱਕ ਵਾਰ ਆਸ਼ਾ ਦੀ ਕਿਰਨ ਆ ਜਾਏ ਕਿ ਮੇਰੀ ਧੀਆਂ ਭੈਣਾਂ ਦੀ 84 ਦੇ ਵਿੱਚ ਜੋ ਪੱਤ ਲਾਏਗੀ, ਇੱਜ਼ਤ ਲੁੱਟੇਗੀ, ਉਹ ਨਹੀਂ ਲੁੱਟੀ ਜਾਏਗੀ। ਮੈਂ ਤਦੇ ਮੰਨਾਂਗਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਸਿੱਖਾਂ ਦੇ ਨਾਲ ਇਹ ਸਭ ਤੋਂ ਵੱਡਾ ਇਹ ਕੀਤਾ ਕਿ ਅਸੀਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅੰਦਰ ਕੀਤਾ। ਕਾਨਪੁਰ ਵਾਲੇ ਰਹਿ ਗਏ ਹਨ। ਮੈਂ ਆਪਣਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਉਹਨਾਂ ਨੂੰ ਮੈਮੋਰੈਂਡਮ ਕਈ ਵਾਰ ਭੇਜ ਚੁੱਕਾ, ਉਹ ਵੀ ਇਸ SIT ਦੇ ਮਾਮਲੇ 'ਚ ਦੇਖਣ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਜੀ ਸਰਦਾਰ ਭੁੱਗਲ ਜੀ, ਫਿਰ ਉਹੀ ਗੱਲ ਆ ਗਈ, ਆਸ ਤੇ ਅਸੀਂ ਤਾਂ ਬੈਠੇ ਹੋਏ ਹਾਂ ਕਿ ਸ਼ਾਇਦ ਇਨਸਾਫ ਮਿਲ ਜਾਏ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਰ-ਬਾਰ ਜਿਹੜੇ ਨੇ, ਚਾਹੇ ਉਹ ਦੇਸ਼ ਦੇ ਗ੍ਰਹਿ ਮੰਤਰੀ ਹੋਣ ਜਾਂ ਪ੍ਰਧਾਨ ਮੰਤਰੀ ਹੋਣ ਜਾਂ ਹੋਰ ਅਧਿਕਾਰੀ ਹੋਣ, ਉਹਨਾਂ ਨੂੰ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਸੀਂ ਪੱਤਰ ਲਿਖ ਕੇ ਵੀ ਬਾਰ-ਬਾਰ ਅਨੁਗ੍ਰਹਿ ਕਰਦੇ ਰਹਿੰਦੇ ਹੋ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਓ, ਇੰਨੇ ਸਾਲ ਹੋ गए। एक बात और मैं कहना चाहूँगा कि अगर SIT काम नहीं करती है तो हमारे पास एक सुप्रीम कोर्ट का रास्ता तो अभी भी बचा हुआ है, क्योंकि सुप्रीम कोर्ट में केस पेंडिंग है। और अगर इन लोगों ने स्टेटस रिपोर्ट ठीक से फाइल नहीं करी है, SIT ने काम नहीं किया, तो वो दिल्ली के SIT में भी हम मर्ज करवा सकते हैं। हम सुप्रीम कोर्ट से रिक्वेस्ट करेंगे कि जो दिल्ली के SIT काम कर रही है वही उसको टेक ओवर करे और फिर उसमें इन्वेस्टिगेशन करे। क्योंकि ऐसा तो नहीं है कि एविडेंस नहीं है, ऐसा भी नहीं है कि लोग मारे नहीं गए, ऐसा भी नहीं है कि लोग अक्यूज नहीं हैं। सिर्फ ये है कि उसकी इन्वेस्टिगेशन फिर से कर रही हैं। और इसके काम में अगर इन लोगों ने ठीक से काम नहीं किया तो हम सुप्रीम कोर्ट का दरवाज़ा फिर से खटखटाएंगे और कहेंगे या तो CBI इंक्वायरी करवा दें या दिल्ली SIT जो काम कर रही है उसी में इसको मर्ज कर दें, जिससे कि वहाँ पे लोगों को इंसाफ मिल सके। सो ये लड़ाई तो अभी जारी रहेगी, ऐसा नहीं है। हम SIT से इसलिए रिक्वेस्ट कर रहे हैं कि एक स्टेप बढ़ा है कहीं पे काम, तो उसको वो लोग पूरा करें, जिससे कि कल को होके ये ना कहें कि हाँ जी SIT ने कोई काम नहीं किया। लेकिन अगर वो नहीं करेंगे तो हमारे रास्ते अभी बंद नहीं हुए हैं।
जी बिल्कुल, ਜਿਹੜੀ ਜਾਰੀ ਰਹੇਗੀ, ਜਿਹੜਾ ਸੰਘਰਸ਼ ਜਾਰੀ ਰਹੇਗਾ ਇਨਸਾਫ ਲੈਣ ਦੇ ਲਈ, ਜਿਹੜਾ ਕਿ ਸਰਦਾਰ ਭੋਗਲ ਸਿੰਘ ਹੁਣੀ ਵੀ ਲਗਾਤਾਰ ਇਸ ਮਸਲੇ ਨੂੰ ਉਠਾ ਰਹੇ ਨੇ। ਉਹਨਾਂ ਨੇ ਖੁਦ ਵੀ ਆਪਣੇ ਪਿੰਡੇ ਤੇ ਇਸ ਮਸਲੇ ਨੂੰ, ਸਾਰੇ ਨੂੰ, ਇਸ ਸੰਤਾਪ ਨੂੰ ਹੰਢਾਇਆ ਏ ਤੇ ਉਹ ਖੁਦ ਸਮਝਦੇ ਨੇ ਕਿ ਉਦੋਂ ਕੀ ਦਰਦ ਜਿਹੜਾ ਸੀ, ਲੋਕਾਂ ਨੇ ਕਿਸ ਤਰ੍ਹਾਂ ਦਾ ਦਰਦ ਮਹਿਸੂਸ ਕੀਤਾ, ਉਹਨਾਂ ਨੇ ਖੁਦ ਮਹਿਸੂਸ ਕੀਤਾ। ਇਸ ਕਰਕੇ ਉਹ ਲੱਗੇ ਹੋਏ ਨੇ ਇੰਨੇ ਸਾਲਾਂ ਤੋਂ। ਅਸੀਂ ਵੀ ਆਸ ਕਰਦੇ ਹਾਂ ਕਿ ਇਨਸਾਫ ਜਲਦੀ ਮਿਲੇਗਾ। ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ।